No double standards in fight against terrorism, says NSA Ajit Doval in Russia. ਹੁਣ ਤਕਲੀਫ ਇਹਨਾਂ ਨੂੰ ਇਹ ਹੈ ਇੰਡੀਆ ਨੂੰ ਕਿ ਉਹ ਵੈਸਟ ਏਸ਼ੀਆ ਕ੍ਰਾਈਸਿਸ ਜਿਹਨੂੰ ਈਰਾਨ ਕ੍ਰਾਈਸਿਸ ਅਸੀਂ ਕਹਿੰਦੇ ਹਾਂ ਉਹਦੇ 'ਚ ਵੀ ਟੋਟਲੀ ਇਰੈਲੇਵੈਂਟ ਹੈ। ਹੁਣ ਇਹਨਾਂ ਨੂੰ ਇਹ ਤਕਲੀਫ ਹੈ ਕਿ ਉਹ ਪਾਕਿਸਤਾਨ ਜਿਹਨੂੰ ਅਸੀਂ ਰਿਪੀਟਡਲੀ ਐਪੀ ਸੈਂਟਰ ਆਫ ਟੈਰਰਿਜ਼ਮ ਤੇ ਖੂੰਜੇ ਲਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ, ਉਹ ਇਸ ਵੇਲੇ ਗਲੋਬਲ ਸਟੇਜ ਦੇ ਉੱਤੇ ਵੱਡਾ ਵਿਚੋਲਾ ਬਣਿਆ ਹੋਇਆ। ਭਾਰਤ ਤੋਂ ਵੱਡੀ ਟੈਰਰਿਸਟ ਸਟੇਟ ਕਿਹੜੀ ਹੈ? ਭਾਰਤ ਨੇ ਕਿਵੇਂ ਗਵਾਂਢੀ ਮੁਲਕਾਂ ਦੇ ਵਿੱਚ ਦਹਿਸ਼ਤਗਰਦੀ ਫੈਲਾਈ, ਕਿਵੇਂ ਮੁਕਤੀ ਵਾਹਿਨੀ ਬਣਾ ਕੇ ਬੰਗਲਾਦੇਸ਼ ਦੇ ਵਿੱਚ ਜਿਹੜੀ ਹੈ ਅਰਾਜਕਤਾ ਔਰ ਕੇਓਸ ਫੈਲਾਇਆ ਔਰ ਫਿਰ ਫੌਜ ਭੇਜ ਕੇ ਉਹਦੇ ਤੇ ਜਿਹੜਾ ਹੈ ਉਹਨਾਂ ਨੇ ਉਹਨੂੰ ਅੱਡ ਮੁਲਕ ਬਣਾਇਆ। और अज ਜਿਹੜੇ ਸਭ ਤੋਂ ਜ਼ਿਆਦਾ ਜਿਸ ਹਕੂਮਤ ਦੇ ਬੰਦੇ UN ਦੀ ਟੈਰਰਿਸਟ ਲਿਸਟ ਨੇ ਤਾਲਿਬਾਨ ਰਜੀਮ ਅਫਗਾਨਿਸਤਾਨ 'ਚ, ਉਹ ਭਾਰਤ ਦੇ ਸਭ ਤੋਂ ਵੱਡੇ ਯਾਰ ਬਣੇ ਹੋਏ ਨੇ। ਉਹਨਾਂ ਦੇ ਫੋਰਨ ਮਿਨਿਸਟਰ ਮੁਤੱਕੀ ਨੂੰ ਸੱਦ ਕੇ ਜਵਾਈਆਂ ਵਾਂਗ ਉੱਥੇ ਇੱਕ ਹਫ਼ਤਾ ਰੱਖ ਕੇ ਸੈਰ ਕਰਵਾਉਂਦੇ ਰਹੇ। ਤਹਿਰੀਕੇ ਤਾਲਿਬਾਨ ਪਾਕਿਸਤਾਨ ਵੀ ਔਰ ਬਲੋਚਿਸਤਾਨ ਲਿਬਰੇਸ਼ਨ ਆਰਮੀ ਸੋ ਕਾਲਡ, ਇਹ ਇਹਨਾਂ ਦੀਆਂ ਹੀ ਆਊਟਫਿਟਸ ਨੇ ਜਿਹੜੀਆਂ ਅਫਗਾਨਿਸਤਾਨ 'ਚ ਬੈਠ ਕੇ ਵਿਦਨ ਪਾਕਿਸਤਾਨ ਜਿਹੜਾ ਉਹ ਟੈਰਰਿਜ਼ਮ ਕਰ ਰਹੀਆਂ ਨੇ। ਜੋ ਇਹ ਇਹਨਾਂ ਦਾ ਪਿਓ ਹੈ ਅਜੀਤ ਡੋਵਾਲ, ਜਿਹਨੇ ਖੁਦ ਫਖਰ ਕੀਤਾ ਹੋਇਆ ਬੜਾ ਕਿ ਜੀ ਮੈਂ ਪਾਕਿਸਤਾਨ ਦੀ ਫਲਾਣੀ ਮਸਜਿਦ ਦੇ ਵਿੱਚ ਫਲਾਣਾ ਬਣ ਕੇ ਰਹਿੰਦਾ ਸੀ ਤੇ ਮੈਂ ਉੱਥੇ ਇਹ ਕੀਤਾ ਉਹ ਕੀ। ਅਜੀਤ ਡੋਵਾਲ ਦੱਸ ਰਿਹਾ ਕਿ ਵੀ ਦਹਿਸ਼ਤਗਰਦ ਕੌਣ ਹੈ ਤੇ ਕੌਣ ਨਹੀਂ, ਲੇਕਿਨ ਇਹ ਰੋਗ ਸਟੇਟ ਇੰਡੀਆ ਜਿਹੜੀ ਹੈ ਇਹ ਐਕਸਪੋਜ਼ ਹੋ ਰਹੀ ਹੈ ਉਸ ਰਸਤੇ ਤੇ ਜਿੱਤੇ ਤੁਰੇ ਹੋਏ ਨੇ। ਇਵੈਂਚੁਅਲੀ ਇਹ ਵਾਰ ਕ੍ਰਿਮੀਨਲ ਨੇ। ਮੋਦੀ ਵੀ ਵਾਰ ਕ੍ਰਿਮੀਨਲ ਹੈ, ਅਮਿਤ ਸ਼ਾਹ ਵੀ ਵਾਰ ਕ੍ਰਿਮੀਨਲ ਹੈ, ਅਜੀਤ ਡੋਵਾਲ ਵੀ ਵਾਰ ਕ੍ਰਿਮੀਨਲ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि भारत दा स्पाई मास्टर अजीत डोवाल अजकल रूस के दौरे ते चढ़िया होया है। मास्को के एक सैमीनार विच बोलदियां अजीत डोवाल ने दहशतगर्दी के खिलाफ लड़ाई विच अपनाए जा रहे दोहरे मापदंडां दा रोना रोया। सब तो वड्डा दहशतगर्द मुल्क भारत दहशतगर्दी के खिलाफ रंडी रोना पा रहा है। सो इस बारे आप गलबात करन जा रहे हैं। सो असीं चाहांगे कि तुसीं इसी तरह बने रहना, देखण सुनने या लिखण लई तुहाडा सब दा बहुत बहुत धन्नवाद जी। डॉक्टर साहब की कहना चाहोगे? देखो 1526 ईस्वी ਦੇ ਵਿੱਚ ਬਾਬਰ ਨੇ ਹਮਲਾ ਕੀਤਾ ਇੰਡਸ ਦਰਿਆ ਕ੍ਰਾਸ ਕਰਕੇ, ਔਰ ਉਸ ਤੋਂ ਪਹਿਲਾਂ ਉਹਨੇ ਖੁਰਾਸਾਨ ਦੇ ਉੱਤੇ ਕਬਜ਼ਾ ਕੀਤਾ। ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਕਿ ਜਮਦੂਤ ਬਣ ਕੇ ਮੌਤ ਦੇ ਫਰਿਸ਼ਤੇ ਬਣ ਕੇ ਮੁਗਲ ਜਿਹੜੇ ਨੇ ਉਹ ਆਏ। ਜੰਗ ਦੇ ਮੈਦਾਨ 'ਚ ਕੀ ਹੋਇਆ, ਕਿਵੇਂ ਪਠਾਣਾਂ ਦੇ ਨਾਲ ਮੁਗਲਾਂ ਨੇ ਜ਼ੁਲਮ ਕੀਤੇ, ਉਹਨਾਂ ਦੀਆਂ ਔਰਤਾਂ ਦਾ ਕੀ ਹਸ਼ਰ ਹੋਇਆ, ਉਹਨਾਂ ਦੇ ਪ੍ਰਿੰਸਿਸ ਦਾ ਕੀ ਹਸ਼ਰ ਹੋਇਆ, ਇਹ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਕਲਾਮ ਦੇ ਵਿੱਚ ਬਾਣੀ ਦੇ ਵਿੱਚ ਬਿਆਨਿਆ। ਪਰ ਉਸ ਦੇ ਵਿੱਚ ਇੱਕ ਥਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾ ਲੋ। ਕਿ ਜਦੋਂ ਜਿਹੜਾ ਸ਼ੈਤਾਨ ਹੈ ਉਹ ਧਾਰਮਿਕ ਸਕ੍ਰਿਪਚਰ ਨੂੰ ਜਾਂ ਧਾਰਮਿਕ ਕਿਤਾਬਾਂ ਨੂੰ, ਕੁਰਾਨ ਦੀਆਂ ਆਇਤਾਂ ਪੜ੍ਹਨ ਲੱਗ ਜਾਏ ਸ਼ੈਤਾਨ, ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਾਉਣ ਲੱਗ ਜਾਏ, ਉਹਨੂੰ ਇੰਟਰਪ੍ਰੇਟ ਕਰਨ ਲੱਗ ਜਾਏ ਕਿ ਵੀ ਕਾਜ਼ੀ ਤੇ ਬ੍ਰਾਹਮਣ, ਕਾਜ਼ੀ ਇੰਟਰਪ੍ਰੇਟਰ ਹੈ ਇਸਲਾਮ ਦੇ ਲਾਅ ਦਾ, ਇਸਲਾਮਿਕ ਡਿਸਿਪਲਿਨ ਦਾ, ਬ੍ਰਾਹਮਣ ਹਿੰਦੂ ਥਾਟ ਦਾ, ਵੀ ਉਹਨਾਂ ਦੀ ਗੱਲ ਤਾਂ ਮੁੱਕ ਗਈ। ਅਗਦ ਪੜਿਆ ਸ਼ੈਤਾਨ ਵੇ ਲਾ ਲਓ ਕਿ ਸ਼ੈਤਾਨ ਜਿਹੜਾ ਉਹ ਇੰਟਰਪ੍ਰੇਟ ਕਰ ਰਿਹਾ ਕਿ ਧਰਮ ਕੀ ਹੈ, ਰਾਈਟਸਨੈਸ ਕੀ ਹੈ, ਠੀਕ ਜੀਵਨ ਕੀ ਹੈ, ਠੀਕ ਜ਼ਿੰਦਗੀ ਕੀ ਹੈ। ਹੁਣ ਅੱਜ ਇਹ ਇਹਨਾਂ ਦਾ ਸਪਾਈ ਮਾਸਟਰ ਅਜੀਤ ਡੋਵਾਲ, ਮਰਡਰਰ ਤਿਕੜੀ ਮੋਦੀ, ਅਮਿਤ ਸ਼ਾਹ ਔਰ ਅਜੀਤ ਡੋਵਾਲ, ਇਹ ਮਾਸਕੋ ਪਹੁੰਚਿਆ ਹੋਇਆ ਰਸ਼ੀਆ। ਉੱਥੇ ਉਹਨਾਂ ਦਾ ਇੱਕ ਇੰਟਰਨੈਸ਼ਨਲ ਸਿਕਿਉਰਿਟੀ ਫੋਰਮ ਜਿਹੜੀ ਹੈ ਉਸ ਦੇ ਵਿੱਚ ਕੋਈ ਸੈਮੀਨਾਰ ਹੈ,
ਉਸ ਦੇ ਵਿੱਚ ਇਹ ਐਡਰੈਸ ਕਰਦਿਆਂ ਕਹਿੰਦਾ, ਜਿਹੜਾ ਇਹਨਾਂ ਦੀ ਨਿਊਜ਼ ਏਜੰਸੀ ਪ੍ਰੈਸ ਟਰਸਟ ਆਫ ਇੰਡੀਆ ਨੇ ਹੈਡਲਾਈਨ ਲਾਈ ਹੈ, ਨੋ ਡਬਲ ਸਟੈਂਡਰਡਸ ਇਨ ਫਾਈਟ ਅਗੇਂਸਟ ਟੈਰਰਿਜ਼ਮ ਸੇਜ਼ NSA ਅਜੀਤ ਡੋਵਾਲ ਇਨ ਰਸ਼ੀਆ। ਹੁਣ ਇਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਹੈ, ਸਪਾਈ ਮਾਸਟਰ ਹੈ, ਜੋ ਟਰਾਂਸਨੈਸ਼ਨਲ ਰਿਪਰੈਸ਼ਨ ਜੋ ਪਾਕਿਸਤਾਨ 'ਚ ਹੋ ਰਿਹਾ ਹੈ, ਜੋ ਕੈਨੇਡਾ 'ਚ ਹਰਦੀਪ ਸਿੰਘ ਨਿੱਜਰ ਨਾਲ ਹੋਇਆ, ਇੰਗਲੈਂਡ 'ਚ ਅਵਤਾਰ ਸਿੰਘ ਖੰਡੇ ਨਾਲ ਹੋਇਆ, ਅਮਰੀਕਾ 'ਚ ਗੁਰਪਤਵੰਤ ਸਿੰਘ ਪੰਨੂ ਨਾਲ ਹੋਣਾ ਸੀ, ਇਹ ਸਾਰੇ ਦਾ ਮਾਸਟਰ ਮਾਈਂਡ ਹੈ। ਔਰ ਇਹ ਜਿਹੜਾ ਈਵਨ ਆ ਸਾਰਾ ਜੋ ਫਾਲਸ ਫਲੈਗ ਪਹਿਲਗਾਮ ਦਾ, ਉਸ ਤੋਂ ਪਹਿਲਾਂ ਪੁਲਵਾਮਾ ਦਾ, ਇਹ ਸਾਰਾ ਉੱਤਰਾਖੰਡ ਦਾ ਰਹਿਣ ਵਾਲਾ ਹੈ, ਇਹਨਾਂ ਦਾ ਕਾਤਲਾਂ ਦਾ ਸਾਥੀ ਹੈ, ਤਿੰਨੋਂ ਮਰਡਰਸ ਦੀ ਤਿਕੜੀ। ਔਰ ਇਹ ਉੱਥੇ ਐਡਰੈਸ ਕਰਦਿਆਂ ਕਹਿ ਰਿਹਾ ਕਿ ਭਾਈ ਇਹ ਜਿਹੜਾ ਸਾਨੂੰ ਇਹ ਦੇਖਣਾ ਹੋਏਗਾ ਕਿ ਵੀ ਡੋਵਾਲ ਸਟੇਟਡ देयर कैन नॉट बी डबल स्टैंडर्ड्स इन द फाइट अगेंस्ट टैररिज्म। ਹੁਣ ਅਮਰੀਕਾ ਵੱਲੋਂ ਇਸ਼ਾਰਾ ਕਰ ਰਿਹਾ, ਰੂਸ 'ਚ ਬੈਠਾ ਕਿ ਵੀ ਦੋਹਰੇ ਮਾਪਦੰਡ ਨਹੀਂ ਹੋ ਸਕਦੇ ਦਹਿਸ਼ਤਗਰਦੀ ਦੇ। ਔਰ ਰਿਸਪੌਂਸਿਬਲ ਨੇਸ਼ਨਸ have to evaluate their choices and decide whether they support sponsors of terrorism or counter them with decisive action। ਹੁਣ ਤਕਲੀਫ ਇਹਨਾਂ ਨੂੰ ਇਹ ਹੈ ਇੰਡੀਆ ਨੂੰ ਕਿ ਉਹ ਵੈਸਟ ਏਸ਼ੀਆ ਕ੍ਰਾਈਸਿਸ, ਜਿਹਨੂੰ ਈਰਾਨ ਕ੍ਰਾਈਸਿਸ ਅਸੀਂ ਕਹਿੰਦੇ ਹਾਂ, ਉਹਦੇ 'ਚ ਵੀ ਟੋਟਲੀ ਇਰੈਲੇਵੈਂਟ ਹੈ। ਰਸ਼ੀਆ ਯੂਕਰੇਨ ਜਿਹੜੀ 4 ਸਾਲ ਤੋਂ ਜ਼ਿਆਦਾ ਜੰਗ, ਔਰ ਹੁਣ ਉਹਦੇ 'ਚ ਇੰਟੈਂਸਿਟੀ ਆਈ ਹੈ, ਕੀਵ ਦੇ ਉੱਤੇ ਅਟੈਕ ਕੀਤੇ ਨੇ ਰਸ਼ੀਆ ਨੇ ਉਪਰੋਥਲੀ, ਉਹਦੇ 'ਚ ਵੀ ਬਿਲਕੁਲ ਨੌਨ ਪਲੇਅਰ ਹੈ। ਔਰ ਕਿਉਂਕਿ ਵੈਸਟ ਏਸ਼ੀਆ ਕ੍ਰਾਈਸਿਸ ਦੇ ਵਿੱਚ ਇਸ ਵੇਲੇ ਜਿਹੜਾ ਮੀਡੀਏਸ਼ਨ ਦਾ ਰੋਲ ਹੈ, ਜਿਹਨੂੰ ਰੂਸ ਵੀ ਬੈਕ ਕਰ ਰਿਹਾ ਹੈ, ਚੀਨ ਵੀ ਕਰ ਰਿਹਾ ਹੈ, ਅਮਰੀਕਾ ਤਾਂ ਕਰ ਹੀ ਕਰ ਰਿਹਾ ਹੈ, ਈਰਾਨ ਵੀ ਉਹਦੇ ਤੇ ਜਿਹੜਾ ਉਹ ਭਰੋਸਾ ਕਰ ਰਿਹਾ, ਪਾਕਿਸਤਾਨ। ਹੁਣ ਇਹਨਾਂ ਨੂੰ ਇਹ ਤਕਲੀਫ ਹੈ ਕਿ ਉਹ ਪਾਕਿਸਤਾਨ, ਜਿਹਨੂੰ ਅਸੀਂ ਰਿਪੀਟਡਲੀ ਐਪੀ ਸੈਂਟਰ ਆਫ ਟੈਰਰਿਜ਼ਮ ਤੇ ਖੂੰਜੇ ਲਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ, ਉਹ ਇਸ ਵੇਲੇ ਗਲੋਬਲ ਸਟੇਜ ਦੇ ਉੱਤੇ ਵੱਡਾ ਵਿਚੋਲਾ ਬਣਿਆ ਹੋਇਆ। ਉਹ ਇਹ ਕਹਿ ਰਿਹਾ ਕਿ ਜੀ ਦੇਖੋ, ਇਹ ਮੁਲਕਾਂ ਨੂੰ ਜਿਹੜਾ ਹੈ, ਜਿਹੜੇ ਰਿਸਪੌਂਸਿਬਲ ਮੁਲਕ ਨੇ, ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਜਿਹੜੇ ਨੇ ਉਹ ਐਵੈਲੂਏਟ ਕਰਨ ਕਿ ਉਹ ਜਿਹੜੇ ਸਪਾਂਸਰ ਆਫ ਟੈਰਰਿਜ਼ਮ ਨੇ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਜਾਂ ਉਹਨਾਂ ਨੇ ਕਾਊਂਟਰ ਕਰ ਰਹੇ। ਹੁਣ ਗੱਲ ਮੈਂ ਇਸ ਲਈ ਇਹ ਕਹੀ ਕਿ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ, ਅਗਤ ਪੜੈ ਸ਼ੈਤਾਨ ਵੇ ਲਾ ਲੋ। ਭਾਰਤ ਤੋਂ ਵੱਡੀ ਟੈਰਰਿਸਟ ਸਟੇਟ ਕਿਹੜੀ ਹੈ? ਰੋਗ ਸਟੇਟ। ਭਾਰਤ ਨੇ ਕਿਵੇਂ ਗਵਾਂਢੀ ਮੁਲਕਾਂ ਦੇ ਵਿੱਚ ਦਹਿਸ਼ਤਗਰਦੀ ਫੈਲਾਈ, ਕਿਵੇਂ ਮੁਕਤੀ ਵਾਹਿਨੀ ਬਣਾ ਕੇ ਬੰਗਲਾਦੇਸ਼ ਦੇ ਵਿੱਚ ਜਿਹੜੀ ਹੈ ਅਰਾਜਕਤਾ ਔਰ ਕੇਓਸ ਫੈਲਾਇਆ, ਔਰ ਫਿਰ ਫੌਜ ਭੇਜ ਕੇ ਉਹਦੇ ਤੇ ਜਿਹੜਾ ਹੈ ਉਹਨਾਂ ਨੇ ਉਹਨੂੰ ਅੱਡ ਮੁਲਕ ਬਣਾਇਆ। ਲਿਟੇ ਲਿਬਰੇਸ਼ਨ ਟਾਈਗਰਸ ਆਫ ਜਿਹੜੀ ਹੈ ਤਾਮਿਲ ਏਲਮ, ਜਿਹੜੀ ਪ੍ਰਭਾਕਰਨ ਰਾਹ ਦਾ ਬੰਦਾ, ਜਿਹਦੇ ਰਾਹੀਂ ਉਹਨਾਂ ਨੇ ਸਿਹਾਲੀਜ਼ ਗਵਰਨਮੈਂਟ ਸ੍ਰੀਲੰਕਾ ਜੈਵਰਧਨੇ ਦੇ ਜ਼ਮਾਨੇ ਤੋਂ ਉਹਨੂੰ ਡੀਸਟੈਬਲਾਈਜ਼ ਕਰਨ ਦੇ ਲਈ ਲਿਟੇ ਦੇ ਕੈਂਪ ਲਵਾਏ। ਦੂਜੇ ਉਹੀ ਲਿਟੇ ਨੇ ਮੁੜ ਕੇ ਰਾਜੀਵ ਗਾਂਧੀ ਨੂੰ ਮਾਰਿਆ। ਸਿੱਕਮ, ਕਿਵੇਂ ਉਹਨਾਂ ਨੇ ਸਿੱਕਮ ਦੇ ਵਿੱਚ ਚੋਗਿਆਲ ਔਰ ਦੂਸਰੇ ਨੂੰ ਘੇਰ ਕੇ ਸਿੱਕਮ ਨੂੰ ਇੰਡੀਆ 'ਚ ਅਨੈਕਸ ਕੀਤਾ, ਰਾਹ ਦਾ ਪਹਿਲਾ ਆਪਰੇਸ਼ਨ। ਤੁਸੀਂ ਜਦੋਂ ਇਹਨਾਂ ਦੇ ਕਾਰਨਾਮੇ ਦੇਖੋਗੇ, ਔਰ ਅੱਜ ਜਿਹੜੇ ਸਭ ਤੋਂ ਜ਼ਿਆਦਾ ਜਿਸ ਹਕੂਮਤ ਦੇ ਬੰਦੇ UN ਦੀ ਟੈਰਰਿਸਟ ਲਿਸਟ ਨੇ, ਤਾਲਿਬਾਨ ਰਜੀਮ ਅਫਗਾਨਿਸਤਾਨ 'ਚ, ਉਹ ਭਾਰਤ ਦੇ ਸਭ ਤੋਂ ਵੱਡੇ ਯਾਰ ਬਣੇ ਹੋਏ ਨੇ। ਉਹਨਾਂ ਦੇ ਫੋਰਨ ਮਿਨਿਸਟਰ ਮਤੱਕੀ ਨੂੰ ਸੱਦ ਕੇ ਜਵਾਈਆਂ ਵਾਂਗ ਉੱਥੇ ਇੱਕ ਹਫ਼ਤਾ ਰੱਖ ਕੇ ਸੈਰ ਕਰਵਾਉਂਦੇ ਰਹੇ। ਔਰ ਤਹਿਰੀਕੇ ਤਾਲਿਬਾਨ ਪਾਕਿਸਤਾਨ ਵੀ ਔਰ ਬਲੋਚਿਸਤਾਨ ਲਿਬਰੇਸ਼ਨ ਆਰਮੀ ਸੋ ਕਾਲਡ, ਇਹ ਇਹਨਾਂ ਦੀਆਂ ਹੀ ਆਊਟਫਿਟਸ ਨੇ ਜਿਹੜੀਆਂ ਅਫਗਾਨਿਸਤਾਨ 'ਚ ਬੈਠ ਕੇ ਵਿਦਨ ਪਾਕਿਸਤਾਨ ਜਿਹੜਾ ਉਹ ਟੈਰਰਿਜ਼ਮ ਕਰ ਰਹੀਆਂ ਨੇ। ਜੋ ਕੁਛ ਉਹਨਾਂ ਨੇ ਪਿਛਲੇ ਦਿਨਾਂ 'ਚ ਉਹਨਾਂ ਦੀ ਜਾਫਰ ਐਕਸਪ੍ਰੈਸ 'ਚ ਗੱਡੀ ਦੇ ਕੀਤਾ, ਫੌਜੀ ਮਾਰੇ ਨੇ। ਉਸ ਤੋਂ ਪਹਿਲਾਂ ਇਹਨਾਂ ਨੇ ਹਾਈਜੈਕ ਕੀਤਾ, ਫਿਰ ਜਿਹੜੇ ਨੇ ਲਗਾਤਾਰਤਾ ਨਾਲ ਖੁਦਕਸ਼ ਹਮਲੇ। ਔਰ ਕੌਣ ਇਹਨਾਂ ਨੂੰ? ਇਹ ਇਹਨਾਂ ਦਾ ਪਿਓ ਹੈ ਅਜੀਤ ਡੋਵਾਲ, ਜਿਹਨੇ ਖੁਦ ਫਖਰ ਕੀਤਾ ਹੋਇਆ ਬੜਾ ਕਿ ਜੀ ਮੈਂ ਪਾਕਿਸਤਾਨ ਦੀ ਫਲਾਣੀ ਮਸਜਿਦ ਦੇ ਵਿੱਚ ਫਲਾਣਾ ਬਣ ਕੇ ਰਹਿੰਦਾ ਸੀ ਤੇ ਮੈਂ ਉੱਥੇ ਇਹ ਕੀਤਾ ਉਹ। ਈਵਨ ਪੰਜਾਬ 'ਚ ਸਿੱਖਾਂ ਨੂੰ ਮਾਰਨ ਦੇ ਲਈ 1988 ਦੇ ਵਿੱਚ ਜਿਹੜਾ ਸੋ ਕਾਲਡ ਆਪਰੇਸ਼ਨ ਬਲੈਕ ਥੰਡਰ ਸੀ, ਉਹਦੇ 'ਚੋਂ ਕਹਿੰਦਾ ਮੈਂ ਤਾਂ ਅੰਮ੍ਰਿਤਸਰ ਸੀ, ਰਿਕਸ਼ਾ ਚਲਾਉਂਦਾ ਸੀ, ਮੈਂ ਅੰਦਰ ਵਾਲਿਆਂ ਨੂੰ ਇਹ ਪ੍ਰਭਾਵ ਦਿੱਤਾ ਸੀ ਕਿ ਮੈਂ
ISI ਦਾ ਕਰਨਲ ਹੈ ਔਰ ਸਾਰਾ ਜਿਹੜਾ ਮੈਂ ਹੀ ਆਪਰੇਟ ਕਰਦਾ ਸੀ ਔਰ ਫਿਰ ਬਲੈਕ ਥੰਡਰ ਉੱਥੇ ਫੌਜ ਅੰਦਰ ਗਈ ਕਮਾਂਡੋ ਉਹਨਾਂ ਦੇ ਔਰ ਦੂਜੇ ਤੀਜੇ। ਹੁਣ ਟਰਾਂਸਨੈਸ਼ਨਲ ਰਿਪਰੈਸ਼ਨ ਲਈ ਇਹ ਤਾਂ ਮੋਦੀ ਦੇ ਨਾਲ ਆਇਆ ਨਹੀਂ ਸੀ ਅਮਰੀਕਾ ਦੇ ਦੌਰੇ ਵੇਲੇ, ਕਿਉਂਕਿ ਕੇਸ ਇਹਦੇ ਖਿਲਾਫ ਅੱਜ ਵੀ ਹੈ ਕਿ ਆ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਅਮਰੀਕਨ ਸਿਟੀਜ਼ਨ ਨੂੰ ਮਾਰਨ ਦਾ ਕੈਨੇਡਾ ਦੇ ਵਿੱਚ UK ਦੇ ਵਿੱਚ। ਸੋ ਕਹਿਣ ਦਾ ਮਤਲਬ ਇਹ ਹੈ ਵੀ ਕਿਸ ਲੈਵਲ ਤੇ ਐਂਡ ਵਿਦਨ ਇਹ ਕੀ ਕਰ ਰਹੀਆਂ ਇਹਨਾਂ ਦੀਆਂ ਏਜੰਸੀਆਂ। ਸੋ ਜਿਹਨੂੰ ਕਹਿੰਦੇ ਨੇ ਵੀ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ, ਜਿਹਦੇ 'ਚ 100 ਛੇਕ। ਸੋ ਮੈਂ ਕਿਹਾ ਵੀ ਇਹ ਹੈ ਕਿ ਵੀ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਦ ਪੜੇ ਸ਼ੈਤਾਨ ਵੇ ਲਾ ਲੋ। ਅਜੀਤ ਡੋਵਲ ਦੱਸ ਰਿਹਾ ਕਿ ਵੀ ਦਹਿਸ਼ਤਗਰਦ ਕੌਣ ਹੈ ਤੇ ਕੌਣ ਨਹੀਂ, ਲੇਕਿਨ ਇਹ ਰੋਗ ਸਟੇਟ ਇੰਡੀਆ ਜਿਹੜੀ ਹੈ ਇਹ ਐਕਸਪੋਜ਼ ਹੋ ਰਹੀ ਹੈ ਉਸ ਰਸਤੇ ਤੇ ਜਿੱਤੇ ਤੁਰੇ ਹੋਏ ਨੇ। ਇਵੈਂਚੁਅਲੀ ਇਹ ਵਾਰ ਕ੍ਰਿਮੀਨਲ ਨੇ, ਮੋਦੀ ਵੀ ਵਾਰ ਕ੍ਰਿਮੀਨਲ ਹੈ, ਅਮਿਤ ਸ਼ਾਹ ਵੀ ਵਾਰ ਕ੍ਰਿਮੀਨਲ ਹੈ, ਅਜੀਤ ਡੋਵਾਲ ਵੀ ਵਾਰ ਕ੍ਰਿਮੀਨਲ ਹੈ ਔਰ ਇਹਨਾਂ ਨੂੰ ਇਹਨਾਂ ਦੇ ਵਾਰ ਕ੍ਰਾਈਮਸ ਦੇ ਲਈ ਜਿਹੜਾ ਉਹ ਸਜ਼ਾਵਾਂ ਹੋਣਗੀਆਂ ਮਿਲਣਗੀਆਂ। ਇਸ ਗੱਲ ਬਾਰੇ ਇਹਨਾਂ ਨੂੰ ਕਿਸੇ ਸ਼ੱਕ ਸ਼ੁਬੇ 'ਚ ਨਹੀਂ ਰਹਿਣਾ ਚਾਹੀਦਾ। ਜੀ ਰਾਣਾ ਸਾਹਿਬ ਬਿਲਕੁਲ। ਸੋ ਥਲੇ ਨੂੰ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।